अस्सलाम वालेकुम स्टूडेंट ए पंजाबी बोली का पिछोकड़ तीसरा लैक्चर है ते उन्होंने लोगों लिए जिन्होंने पंजाबी नहीं पढ़नी आती ताकि उन्होंने पंजाबी पढ़नी आ जाए ताकि वो अपने इम्तहान च कामयाब हो जाए। तो चलो फिर स्टार्ट करते हैं। पंजाबी बोली का पिछोकड़ किताब का तीजा मजमून। पंजाबी बोली का पिछोकड़ सब नालों अहम ते लम्मा मजमून है जिहड़ा 100 सफ़ात ते फैलिया होया है। मजमून का आगाज़ पंजाबी ज़ुबान बारे 3 मरूफ नज़रियात तो हुंदा है। मुहम्मद आसिफ खान दे बकौल अजोखियां हिंद आराई बोलियां विचों पंजाबी भी एक मन्नी जांदी है। इन्हां बोलियां बारे 3 दर्जा झैल वक्खो वक्खरे नज़रिए राइज ने। वेदी बोली तो संस्कृत होंद विच आई। संस्कृत नूं पाणिनी ने अष्टाध्यायी राहीं ग्रामर दे असूलां विच जकड़ दिता। लखती संस्कृत विच इकसार तां रही पर बोल चाल दी संस्कृत वधदी प्राकृत बन गई। ये प्राकृत अग्गों जा के अपभ्रंश विच वट गई। इहदे तों अजोकियां हिंद आराई बोलियां ने जन्म लिया। पंजाब विच पंजाबी, सिंध विच सिंधी, बंगाल विच बंगाली वगैरह। हिंद आराई बोलियां सदियां विधि दी कुखों जम्मियां हन। पंजाबी एक गैर आराई बोली है। मुहम्मद आसिफ खान पहले दो नज़रियां नाल इख्तलाफ करदे ने क्यों जे कोई भी जुबान दूजी जुबान विचों नहीं फुटदी। ये आखना कि वेदी तो संस्कृत, संस्कृत तो प्राकृत, प्राकृत तो अपभ्रंश ते अपभ्रंश तो पंजाबी, सिंधी, बंगाली वजूद विच आईयां बिल्कुल गलत गल है। दूजा नज़रिया भी गलत है कि पंजाबी ते अजोकियां हिंद आराई बोलियां विधि जुबान विचों निकलियां ने क्यों जे ये बोलियां ग्रामर के इतबार नाल संस्कृत तो बिल्कुल अलग थलग ने। मुहम्मद आसिफ खान तीजे नज़रिए दे हक विच ने यानी वो पंजाबी नूं एक गैर आराई जुबान मनदे ने। इस नज़रिए नूं तकवीयत सवां हड़प्पा ते सराय खोला दे खंडरात दी खटाई नेग्रिटो अस्ट्रिक ते दरोड़ा दे पंजाब विच आन रगवीद विच गैर आराई किबलियां दा जिक्र ते विधि ते संस्कृत विच गैर आराई लफ्ज़ां दी मौजूदगी तो मिलदा है। पंजाबी नूं आराई जुबान मनन वाले माहिरीन लसानियत दे सारे दावे उदों धरे दे धरे रह गए जदों आसार कदीमा दे माहिरीन दियां बेलचियां ते गदलां ने। बेलचियां उन्हां नूं कहा जांदा है जिहड़े मतलब एक बेलचा टाइप हुंदा है ਉਹਦੇ ਨਾਲ ਜ਼ਮੀਨ ਖੋਦੀ ਜਾਂਦੀ ਹੈ ਤੇ ਕਦਲਾਂ ਵੀ ਜ਼ਮੀਨ ਹੀ ਖੋਦਦੀਆਂ ਨੇ। ਠੀਕ ਹੈ। ਧਰਤੀ ਥੱਲਿਓਂ ਇੱਕ ਇਹੋ ਜਿਹਾ ਵਸੇਬ ਦਰਿਆਫਤ ਕਰ ਲਿਆ ਜੋ ਆਰੀਆਂ ਦੇ ਆਉਣ ਤੋਂ 1000 ਸਾਲ ਪਹਿਲੇ ਇਸੀ ਉੱਤੇ ਸੀ। 20ਵੀਂ ਸਦੀ ਦੇ ਤੀਜੇ ਦਹਾਕੇ ਵਿੱਚ ਹਜ਼ਾਰਾਂ ਮੀਲਾਂ ਦੇ ਘੇਰ ਵਿੱਚ ਫੈਲੀ ਹੋਈ ਹੜੱਪਾ ਤਹਿਜ਼ੀਬ ਦਾ ਪਤਾ ਲੱਗਿਆ। ਸਰਾਏ ਖੋਲਾ ਤੇ ਹੜੱਪਾ ਪੰਜਾਬ, ਮੋਹਨਜੋ ਦਾੜੋ, ਸਿੰਧ, ਲੋਥਲ, ਗੁਜਰਾਤ, ਕਾਠੀਆਵਾੜ, ਕਾਲੀਬੰਗਨ, ਰਾਜਸਥਾਨ, ਅੰਬਰੀ ਤੇ ਨਾਲ ਬਲੋਚਿਸਤਾਨ ਵਗੈਰਾ ਦੇ ਖੰਡਰਾਤ ਦੀ ਖਟਾਈ ਦੇ ਦੌਰਾਨ ਇੱਥੇ ਉਹਨਾਂ ਕੌਮਾਂ ਦੀ ਮੌਜੂਦਗੀ ਦਾ ਪਤਾ ਲੱਗਿਆ ਜਿਨ੍ਹਾਂ ਦੀ ਰਹਿਤਲ ਬਹਿਤਲ ਆਪਣੇ ਉਰੂਜ ਉੱਤੇ ਸੀ। ਇਨਸਾਨੀ ਤਖਲੀਕ ਬਾਰੇ ਪੇਸ਼ ਹੋਣ ਵਾਲੇ ਨਜ਼ਰੀਏ ਦਾ ਤਸੱਵੁਰ ਉਭਰਿਆ ਕਿਉਂ ਜੇ ਇਨਸਾਨ ਦੀਆਂ ਬਾਕੀਆਤ ਪੂਰੀ ਦੁਨੀਆ ਵਿੱਚੋਂ ਲੱਭੀਆਂ ਹਨ। ਅਮਰੀਕਾ ਦੇ ਫਲਸਫਾਵਾਂ ਤੋਂ ਇਨਸਾਨੀ ਲੱਭਤ ਦੀ ਉਮਰ 10,000 ਵਰ੍ਹੇ ਆ। ਹਾਈਡਲਬਰਗ
ਦੀ ਲੱਭਤ ਦੀ ਉਮਰ 1 ਲੱਖ ਵਰ੍ਹਾ ਉੱਤੇ ਤੇ ਅਫਰੀਕੀ ਲੱਭਤ ਦੀ ਉਮਰ 26 ਲੱਖ ਵਰ੍ਹੇ ਆ। ਜੇ ਵਰ੍ਹੇ ਕਹਿੰਦੇ ਨੇ ਸਾਲ ਨੂੰ, ਮਿਥੀ ਗਈ ਹੈ, ਫਿਕਸ ਹੋਈ ਹੈ। ਸਲੋਂਕਾ ਯੂਨਾਨ ਦੇ ਸ਼ਹਿਰ ਪੈਟਰਲੋਨਾ ਦੇ ਇੱਕ ਖੂਹ ਤੋਂ ਜੋ ਇਨਸਾਨੀ ਖੋਪੜੀ ਲੱਭੀ ਏ ਉਹਦੀ ਉਮਰ ਘੱਟ ਵੱਧ 7 ਲੱਖ ਸਾਲ ਏ। ਪੰਜਾਬ ਵਿੱਚੋਂ ਜਦੋਂ ਇਨਸਾਨੀ ਬਾਕੀਆਤ ਲੱਭੀਆਂ ਤੇ ਸਾਰੇ ਮਾਹਿਰੀਨ ਫਰਾਂਸ ਦੇ ਹੈਨਰੀ ਵੀ ਵੈਲਨਸ ਦੀ ਤਹਿਕੀਕ ਮੰਨਣ ਤੇ ਮਜਬੂਰ ਹੋ ਗਏ। ਉਹਦੇ ਆਖਣ ਮੁਜਬ ਸਭ ਤੋਂ ਪਹਿਲੇ ਸਹੀ ਇਨਸਾਨ ਨੇ ਪੰਜਾਬ ਦੀ ਧਰਤੀ ਉੱਤੇ ਸਾਹ ਲਿਆ ਸੀ। ਸਗੋਂ ਇਹ ਨਹੀਂ, ਪੰਜਾਬ ਦੇ ਅਰਤਕਾਈ ਮਰਲੇ ਵਿੱਚ ਸਾਨੂੰ ਇੱਕ ਤਸਲਸੁਲ ਮਿਲਦਾ ਏ ਜਦੋਂ ਕਿ ਦੁਨੀਆ ਦੇ ਕਿਸੇ ਹੋਰ ਖਿੱਤੇ ਵਿੱਚ ਇਹ ਤਸਲਸੁਲ ਮੌਜੂਦ ਨਹੀਂ। ਪੰਜਾਬ ਵਿੱਚ ਲੱਭੇ ਗਏ ਇਨਸਾਨੀ ਬਾਕੀਆਤ ਦੀ ਉਮਰ 1.5 ਕਰੋੜ ਸਾਲ ਪੁਰਾਣੀ ਏ ਤੇ ਨਸਲੀਆਤ ਦੇ ਮਾਹਿਰ ਇਹਨੂੰ ਪੰਜਾਬ ਡਰਾਈਪਿਥਕਸ ਤੇ ਪਹਾੜੀ ਇਲਾਕੇ ਤੋਂ ਲੱਭੇ ਢਾਂਚੇ ਨੂੰ ਰਾਮਾਪਿਥਕਸ ਆਖਦੇ ਨੇ, ਜਿਹਦੀ ਉਮਰ 1 ਕਰੋੜ 40 ਲੱਖ ਸਾਲ ਏ। ਜਦੋਂ ਪੂਰੀ ਦੁਨੀਆ ਦੇ ਮਾਹਿਰ ਨਸਲੀਆਤ ਨੇ ਆਰਕੀਆਲੋਜਿਸਟ ਆਪਣੀਆਂ ਤਹਿਕੀਕਾਂ ਤੋਂ ਇਸ ਨਤੀਜੇ ਉੱਤੇ ਅੱਪੜੇ ਨੇ ਕਿ ਪੂਰੀ ਦੁਨੀਆ ਵਿੱਚ ਮੁਕੰਮਲ ਇਨਸਾਨ ਨੇ ਸਭ ਤੋਂ ਪਹਿਲਾਂ ਪੰਜਾਬ ਦੀ ਧਰਤੀ ਉੱਤੇ ਸਾਹ ਲਿਆ ਤੇ ਇਹਦੇ ਤੋਂ ਕਈ ਸਵਾਲ ਸਾਹਮਣੇ ਆਉਂਦੇ ਨੇ। ਮਸਲਨ ਆਪਣੇ ਅਹਿਸਾਸਾਂ ਤੇ ਜਜ਼ਬਿਆਂ ਦਾ ਇਜ਼ਹਾਰ ਉਹ ਕਿਸ ਤਰ੍ਹਾਂ ਕਰਦਾ ਸੀ? ਕੀ ਉਹਦੀ ਕੋਈ ਬੋਲੀ ਨਹੀਂ ਸੀ? ਜੇ ਉਹਦੀ ਬੋਲੀ ਹੈ ਸੀ ਤਾਂ ਕਿਹੜੀ ਸੀ? ਗੌਰ ਕਰਿਆ ਤੇ ਇਹਨਾਂ ਸਵਾਲਾਂ ਦਾ ਜਵਾਬ ਬਹੁਤ ਸੌਖਾ ਏ, ਕਿਉਂ ਜੇ ਇੱਥੇ ਵਸਣ ਵਾਲਿਆਂ ਦੀ ਜ਼ੁਬਾਨ ਪੰਜਾਬੀ ਹੋ ਸਕਦੀ ਏ। ਜਿਵੇਂ ਇੱਥੋਂ ਦਾ ਇਨਸਾਨ ਬਹੁਤ ਪੁਰਾਣਾ ਏ, ਇੰਜ ਹੀ ਇੱਥੋਂ ਦੀ ਬੋਲੀ ਬਹੁਤ ਪੁਰਾਣੀ ਏ ਤੇ ਇੱਕ ਵੱਖਰੀ ਤੇ ਨੋਕੀਲੀ ਹੈਸੀਅਤ ਰੱਖਦੀ ਏ। ਪੰਜਾਬੀ ਦੀ ਸੰਸਕ੍ਰਿਤ, ਵਿਧੀ ਜਾਂ ਹਿੰਦ-ਆਰੀਆਈ ਗਰੋਹ ਨਾਲ ਸਾਂਝ ਪੁੱਕਾ ਗਲਤ ਗੱਲ ਏ, ਕਿਉਂ ਜੇ ਇਹਨਾਂ ਸਾਰੀਆਂ ਜ਼ੁਬਾਨਾਂ ਨੇ ਇਹਦੀ ਲਫ਼ਜ਼ਾਲੀ ਨਾਲ ਆਪਣਾ ਭੰਡਾਰ ਭਰਿਆ ਏ, ਨਾ ਕਿ ਉਹਨਾਂ ਨੇ ਪੰਜਾਬੀ ਨੂੰ ਜਨਮ ਦਿੱਤਾ ਏ। ਸਰਾਏਖੋਲਾ ਟਕਸੀਲਾ ਦੇ ਖੰਡਰਾਤ ਦੀ ਖੁਦਾਈ ਤੋਂ ਹੁਣ ਤੀਕਰ 3 ਪਰਤਾਂ ਦਾ ਪਤਾ ਲੱਗਿਆ ਏ। ਪਹਿਲੀ ਪਰਤ ਵਾਦੀ ਸਿੰਧ ਦੀ ਤਹਿਜ਼ੀਬ ਤੋਂ ਪੁਰਾਣੀ ਏ, ਦੂਜੀ ਪਰਤ ਕੋਟ ਡੀਜੀ ਦੀ ਹਮਸਰ ਏ ਤੇ ਤੀਜੀ ਪਰਤ 2500 ਕਾਫ ਮੀਮ ਦੀ ਏ। ਇੱਥੋਂ ਦਰਿਆਫ਼ਤ ਹੋਈਆਂ ਇਨਸਾਨੀ ਖੋਪੜੀਆਂ ਤੋਂ ਕਈ ਆਲਮਾਂ ਨੇ ਸਰਾਏਖੋਲਾ ਦੇ ਵਸਨੀਕਾਂ ਨੂੰ ਅਜ਼ਟਿਕ, ਦਰੋੜ ਜਾਂ ਦੂਜੇ ਨਸਲੀ ਗਰੋਹ ਨਾਲ ਜੋੜਿਆ ਏ। ਸਰਾਏਖੋਲਾ ਮਗਰ ਹੜੱਪਾ ਦੇ ਖੰਡਰਾਤ ਤੋਂ ਲੱਭੇ ਇਨਸਾਨੀ ਢਾਂਚਿਆਂ ਤੇ ਖੋਪੜੀਆਂ ਦੀ ਵਾਰੀ ਆਉਂਦੀ ਏ। ਹੜੱਪਾ ਵਿੱਚ ਵੇਖੋ ਵੇਖ ਪਰਤਾਂ ਤੋਂ ਵੱਖ-ਵੱਖ ਨਸਲਾਂ ਨਾਲ ਤਅਲਕ ਰੱਖਣ ਵਾਲੇ ਘੱਟ ਵੱਧ 4-5 ਇਨਸਾਨੀ ਨਸਲ ਗਰੋਹ ਦਾ ਪਤਾ ਲੱਗਿਆ ਏ ਤੇ ਸਾਰੇ ਆਲਮ ਇਸ ਗੱਲ ਉੱਤੇ ਮੁਤਫਿਕ ਵੀ ਨੇ। ਆਸਾਰ ਕਦੀਮਾ ਦੇ ਖੰਡਰਾਤ ਨੂੰ ਇੱਕ ਪਾਸੇ ਰੱਖ ਕੇ ਜਦੋਂ ਅਸੀਂ ਨਸਲੀਆਤ ਦੇ ਮਾਹਿਰ ਦੀਆਂ ਤਹਿਰੀਰਾਂ ਪੜ੍ਹਨੇ ਆਂ ਤੇ ਸਾਨੂੰ ਪਤਾ ਲੱਗਦਾ ਏ ਕਿ ਸਭ ਨਾਲੋਂ ਪਹਿਲਾਂ ਇੱਥੇ ਨਗੇਟਿਵ, ਫਿਰ ਅਜ਼ਟਿਕ, ਫਿਰ ਦਰੋੜ ਤੇ ਆਖਰ ਵਿੱਚ ਆਰੀਆ ਆਏ ਸਨ। ਦਰੋੜਾਂ ਮਗਰੋਂ ਪੰਜਾਬ ਵਿੱਚ ਆਰੀਆ ਆਏ, ਪਰ ਕਿੱਥੋਂ ਆਏ
ਕਦੋਂ ਆਏ ਤੇ ਕੌਣ ਸਨ? ਇਹ ਜਿਹਾ ਮਾਮਲੇ ਨੇ ਜਿਨ੍ਹਾਂ ਬਾਰੇ ਅਜੇ ਤੱਕ ਨਖੇੜਾ ਨਹੀਂ ਹੋ ਸਕਿਆ। ਤਾਂ ਆਰੀਆਂ ਦੀ ਜੰਮਣ ਭੋਏ ਬਾਰੇ ਸਾਰੇ ਆਲਮ ਮੁਤਫਿਕ ਨਹੀਂ ਨੇ। ਵੇਖੋ ਵੇਖ ਲਿਖਾਰੀਆਂ ਨੇ ਆਪਣੀਆਂ ਲਿਖਤਾਂ ਵਿੱਚ ਇਹ ਥਾਵਾਂ ਦੱਸੀਆਂ ਨੇ। ਸ਼ਮਾਲੀ ਅਫਰੀਕਾ, ਜਨੂਬੀ ਰੂਸ, ਸ਼ਮਾਲੀ ਜਰਮਨੀ, ਸਕੈਂਡੇਨੇਵੀਆ, ਹੰਗਰੀ, ਮਸ਼ਰਕੀ ਯੂਰਪ, ਨਾਰਥ ਪੋਲ, ਮਗਰਬੀ ਜਰਮਨੀ, ਅਫਗਾਨਿਸਤਾਨ, ਯੂਰਾਲ ਦਾ ਜਨੂਬੀ ਇਲਾਕਾ, ਜੀਊ ਤੇ ਸੀਹੂ ਦੇ ਵਿਚਕਾਰਲਾ ਇਲਾਕਾ, ਪੋਲੈਂਡ ਤੋਂ ਉਸਤ ਏਸ਼ੀਆ ਤੇ ਵਸਤੀ ਏਸ਼ੀਆ। ਆਰੀਆ ਜਿੱਥੋਂ ਆਏ, ਜਿੱਥੇ ਗਏ ਤੇ ਜਦੋਂ ਵੀ ਗਏ, ਇਸ ਬਾਰੇ ਪੱਕੀ ਜਾਣਕਾਰੀ ਨਹੀਂ ਮਿਲਦੀ। ਪਰ ਖੁਸ਼ਕਿਸਮਤੀ ਨਾਲ ਸਾਡੇ ਕੋਲ ਰਗਵੀਦ ਮੌਜੂਦ ਏ, ਜਿਹਦੇ ਵਿੱਚ ਉਸ ਵੇਲੇ ਦੀ ਸਿਆਸੀ ਤੇ ਸਮਾਜੀ ਤੇ ਇਕਤਸਾਦੀ ਤਾਰੀਖ ਮਹਿਫੂਜ਼ ਏ। ਮੁਹੰਮਦ ਆਸਫ ਖਾਂ ਦੇ ਬਕੌਲ ਕਦੀਮ ਪਾਕਿਸਤਾਨ ਦੀ ਸਿਆਸੀ, ਸਮਾਜੀ ਤੇ ਇਕਤਸਾਦੀ ਤਾਰੀਖ ਲਿਖਣ ਲਈ ਇਸ ਤੋਂ ਵੱਡੀ ਤੇ ਮੋਹਤਬਰ ਕਿਤਾਬ ਦੁਨੀਆ ਵਿੱਚ ਹੋਰ ਕੋਈ ਨਹੀਂ ਏ। ਕਿਉਂ ਜੇ ਇਹ ਕਿਤਾਬ ਸਬਤ ਸਿੰਧੂ ਪੰਜਾਬ ਵਿੱਚ ਲਿਖੀ ਗਈ ਸੀ। ਇਹਨੂੰ ਰਗਵੀਦ ਦੀ ਫਰੂਲਾ ਥੁਰ ਵਾਲੀ ਕਿਰਨ ਮਗਰੋਂ ਦਰਜਨਾਂ ਹਵਾਲੇ ਦੇ ਕੇ ਸਾਬਤ ਕੀਤਾ ਗਿਆ ਏ ਕਿ ਰਗਵੀਦ ਵਿੱਚ ਜਿਨ੍ਹਾਂ ਤਿੰਨ ਗੈਰ ਆਰਾਈ ਕਿਬਲਿਆਂ ਯਾਨੀ ਦੀਸੂ, ਉਸਰ ਤੇ ਪਾਨੀ ਦਾ ਜ਼ਿਕਰ ਬਾਰ-ਬਾਰ ਆਇਆ ਏ, ਉਹੀ ਗੈਰ ਆਰਾਈ ਕਬਾਇਲ ਨੇ ਜਿਹੜੇ ਆਰੀਆਂ ਦੀ ਆਮਦ ਤੋਂ ਪਹਿਲਾਂ ਹੜੱਪਾ ਵਰਗੀ ਸ਼ਾਨਦਾਰ ਤਹਿਜ਼ੀਬ ਵਸਾਈ ਬੈਠੇ ਸਨ। ਇਹਨਾਂ ਕਬਾਇਲ ਵਿੱਚੋਂ ਪਾਨੀ ਕਿਬਲਾ ਸਭ ਨਾਲੋਂ ਵੱਧ ਤਹਿਜ਼ੀਬ ਯਾਫ਼ਤਾ ਸੀ, ਜਿਹਨੂੰ ਹਾਕਮ ਟੋਲੇ ਦੀ ਹੈਸੀਅਤ ਹਾਸਲ ਸੀ। ਉਹਨਾਂ ਦਾ ਪੇਸ਼ਾ ਤਜਾਰਤ ਤੇ ਦਸਤਕਾਰੀ ਸੀ। ਉਹ ਢੇਰ ਦੌਲਤ ਦੇ ਮਾਲਿਕ ਸਨ ਤੇ 100 ਚੁੱਪੀਆਂ ਵਾਲੇ ਜਹਾਜ਼ਾਂ ਨਾਲ ਤਜਾਰਤ ਕਰਦੇ ਸਨ। ਇਸ ਕਿਬਲੇ ਨੂੰ ਫਨੀ ਤੇ ਫਨਕੀ ਵੀ ਆਖਿਆ ਜਾਂਦਾ ਏ। ਆਰੀਆ ਜਦੋਂ ਵਾਦੀ ਸਿੰਧ ਵਿੱਚ ਆਏ ਤਾਂ ਦੀਸੂ, ਪਾਨੀ ਤੇ ਉਸਰ ਵਗੈਰਾ ਕਬਾਇਲ ਇੱਥੇ ਇੰਤਹਾਈ ਤਰੱਕੀ ਯਾਫ਼ਤਾ ਸ਼ਕਲ ਵਿੱਚ ਮੌਜੂਦ ਸਨ। ਉਹ ਆਪਣੀ ਬੋਲੀ ਬੋਲਦੇ ਸਨ। ਜਦੋਂ ਆਰੀਆ ਇਸ ਇਲਾਕੇ ਵਿੱਚ ਦਾਖਲ ਹੋਏ ਤਾਂ ਉਹ ਵੀ ਆਪਣੀ ਜ਼ੁਬਾਨ ਨਾਲ ਲੈ ਕੇ ਆਏ, ਜਿਹਦੇ ਨਾਲ ਨਾ ਪਤਾ ਨਹੀਂ ਲੱਗ ਸਕਿਆ। ਪਾਨੀ ਨੇ ਉਹਨੂੰ ਛੰਦਸ ਤੇ ਪੰਡਤਾਂ ਨੇ ਉਹਨੂੰ ਵੀਦੀ ਸੰਸਕ੍ਰਿਤ, ਮਿਡਲੀ ਸੰਸਕ੍ਰਿਤ ਦਾ ਅਧਪੁਰਕ੍ਰਿਤ ਦਾ ਨਾਂ ਦਿੱਤਾ ਏ, ਪਰ ਬਹੁਤੇ ਆਲਮਾਂ ਨੇ ਉਹਨੂੰ ਵੀਦੀ ਦਾ ਨਾਂ ਦਿੱਤਾ ਏ ਤੇ ਇਹੋ ਹੀ ਮੁਨਾਸਬ ਤੇ ਅੱਜਕੱਲ੍ਹ ਵੀ ਮੁਸਤਮਿਲ ਏ। ਆਰੀਆਂ ਦਾ ਪੰਜਾਬ ਦੇ ਕਿਬਲਿਆਂ ਨਾਲ ਸੈਂਕੜਾਂ ਸਾਲ ਮੇਲ-ਜੋਲ ਰਿਹਾ। ਇੰਜ ਮੁਕਾਮੀ ਕਿਬਲਿਆਂ ਦਾ ਆਰੀਆਂ ਦੀ ਵੀਦੀ ਜ਼ੁਬਾਨ ਉੱਤੇ ਅਸਰ ਪੈਣਾ ਫਿਤਰੀ ਗੱਲ ਸੀ। ਰਗਵੀਦ ਵਿੱਚ ਕਈ ਗੈਰ ਆਰਾਈ ਅਲਫਾਜ਼ ਲੱਭਦੇ ਨੇ। ਮਸਲਨ ਫੁੱਲ, ਤਿਲ, ਵੱਲ, ਵਿਲ, ਪੂਜਨਾ, ਨੀਲਾ, ਬਲ, ਰੂਪ, ਬੀਜ, ਕਾਲ, ਕਾਲਾ, ਰਾਤ ਵਗੈਰਾ। ਇੱਕ ਹੋਰ ਗੱਲ ਵੀ ਕਾਬਲੇ ਗੌਰ ਏ ਕਿ ਟੇ, ਠੇ, ਢਾਲ, ਤੇ, ਢਾਲ, ਢਾ ਦੀਆਂ ਆਵਾਜ਼ਾਂ ਅੰਗਰੇਜ਼ੀ ਤੋਂ ਇਲਾਵਾ ਕਿਸੇ ਵੀ ਹਿੰਦ-ਯੂਰਪੀ ਜ਼ੁਬਾਨ ਵਿੱਚ ਨਹੀਂ ਨੇ। ਇੰਜ ਹੀ ੜੇ ਦੀ ਆਵਾਜ਼ ਚੀਨੀ ਬੋਲੀ ਤੋਂ ਇਲਾਵਾ ਕਿਸੇ ਹੋਰ ਜ਼ੁਬਾਨ ਵਿੱਚ ਨਹੀਂ। ਦੂਜੇ ਪਾਸੇ
ਮੁੰਡਾ ਜਾਂ ਦਰੌੜੀ ਗਰੋਹ ਦੀਆਂ ਬੋਲੀਆਂ ਵਿੱਚ ਇਹ ਆਵਾਜ਼ਾਂ ਮੌਜੂਦ ਸਨ। ਲਿਹਾਜ਼ਾ ਆਖਿਆ ਜਾ ਸਕਦਾ ਹੈ ਕਿ ਵੇਦੀ ਤੇ ਸੰਸਕ੍ਰਿਤ ਵਿੱਚ ਇਹ ਆਵਾਜ਼ਾਂ ਉਦੋਂ ਦਾਖਲ ਹੋਈਆਂ ਜਦੋਂ ਆਰੀਆ ਦਾ ਮੁਕਾਮੀ ਕਬਾਇਲ ਨਾਲ ਮੇਲ ਜੋਲ ਹੋਇਆ। ਵੇਦੀ ਤੋਂ ਸੰਸਕ੍ਰਿਤ। ਵੇਦੀ ਤੋਂ ਅਗਲਾ ਪੜਾਅ ਸੰਸਕ੍ਰਿਤ ਦਾ ਦੱਸਿਆ ਜਾਂਦਾ ਹੈ। ਬਹੁਤੇ ਆਲਮ ਇਸ ਨੂੰ ਅਜੋਕੀਆਂ ਹਿੰਦ ਆਰਿਆਈ ਬੋਲੀਆਂ ਦੀ ਮਾਂ ਮੰਨਦੇ ਨੇ। ਉਹਨਾਂ ਦੇ ਮੁਤਾਬਿਕ ਵੇਦੀ ਦੇ ਦੋ ਰੂਪ ਸਨ, ਇੱਕ ਬੋਲ ਚਾਲ ਦਾ ਆਮ ਰੂਪ ਜਿਹੜਾ ਵਕਤ ਗੁਜ਼ਰਨ ਦੇ ਨਾਲ ਨਾਲ ਮਕਾਮੀ ਅਸਰ ਦੀ ਵਜ੍ਹਾ ਤੋਂ ਤਬਦੀਲ ਹੋ ਰਿਹਾ ਸੀ, ਤੇ ਦੂਜਾ ਰੂਪ ਲਿਖਣ ਪੜ੍ਹਨ ਦਾ ਅਦਬੀ ਰੂਪ ਸੀ ਜਿਹੜਾ ਸਾਰੇ ਹਿੰਦੁਸਤਾਨ ਵਿੱਚ ਤਰੱਕੀ ਕਰਦਾ ਟਕਸਾਲੀ ਬਣ ਰਿਹਾ ਸੀ। ਐਸੇ ਅਦਬੀ ਟਕਸਾਲੀ ਰੂਪ ਵਿੱਚ ਅਕਸਾਰਤਾ ਦੀ ਜ਼ਰੂਰਤ ਮਹਿਸੂਸ ਕਰਨ ਮਗਰੋਂ ਪਾਣਿਨੀ ਨੇ ਅਸ਼ਟਾਧਾਈ ਲਿਖੀ ਸੀ, ਪਰ ਫਿਰ ਵੀ ਸੰਸਕ੍ਰਿਤ ਮੁਕਾਮੀ ਅਸਰ ਤੋਂ ਬਚ ਨਾ ਸਕੀ ਤੇ ਉਹਨੇ ਉਰਦੂ ਵਾਂਗੂ ਢੇਰ ਲਫ਼ਜ਼ਾਲੀ ਮੁਕਾਮੀ ਬੋਲੀਆਂ ਦੀ ਆਪਣੇ ਅੰਦਰ ਸ਼ਾਮਲ ਕਰ ਲਈ। ਇੰਝ ਇਹ ਗੱਲ ਏ ਕਿ ਪਾਣਿਨੀ ਨੇ ਅਸ਼ਟਾਧਾਈ ਲਿਖ ਕੇ ਸੰਸਕ੍ਰਿਤ ਨੂੰ ਕੈਦ ਕਰ ਦਿੱਤਾ ਸੀ, ਬਲਕਿ ਗਲਤ ਏ, ਕਿਉਂ ਜੇ ਮਗਰੋਂ ਸਾਈਨ ਕਾਤਾਈਨ ਯਾਸਕ ਤੇ ਪਾਂਚਲੀ ਦੀਆਂ ਕਿਤਾਬਾਂ ਇਸ ਗੱਲ ਦੀ ਗਵਾਹੀ ਦਿੰਦੀਆਂ ਨੇ ਕਿ ਸੰਸਕ੍ਰਿਤ ਵਿੱਚ ਵਕਤ ਗੁਜ਼ਰਨ ਦੇ ਨਾਲ ਨਾਲ ਮਕਾਮੀ ਅਸਰਾਤ ਭਾਰੋਂ ਤਬਦੀਲੀਆਂ ਹੁੰਦੀਆਂ ਰਹੀਆਂ ਨੇ। ਸਿੱਧੀ ਸਾਦੀ ਗੱਲ ਇਹ ਆ ਕਿ ਸੰਸਕ੍ਰਿਤ ਆਪਣੇ ਵੇਲੇ ਦੀ ਉਰਦੂ ਸੀ। ਤੁਸੀਂ ਆਪ ਹੀ ਵੇਖ ਲਵੋ ਕਿ ਪਾਕਿਸਤਾਨ ਦੇ ਕਿਸੇ ਇਲਾਕੇ ਵਿੱਚ ਉਰਦੂ ਨਹੀਂ ਬੋਲੀ ਜਾਂਦੀ, ਪਰ ਇਹਦੇ ਬਾਵਜੂਦ ਇਹ ਪਾਕਿਸਤਾਨ ਦੀ ਕੌਮੀ ਜ਼ੁਬਾਨ ਏ ਤੇ ਢੇਰ ਸਾਰੀ ਲਿਖਤ ਪੜ੍ਹਤ ਐਸੇ ਬੋਲੀ ਵਿੱਚ ਹੀ ਹੁੰਦੀ ਏ। ਸੰਸਕ੍ਰਿਤ ਤੋਂ ਬਾਅਦ ਪ੍ਰਾਕ੍ਰਿਤਾਂ ਦਾ ਪੜਾਅ ਆਉਂਦਾ ਏ। ਪ੍ਰਾਕ੍ਰਿਤਾਂ ਉਹ ਜ਼ਬਾਨਾਂ ਨੇ ਜਿਹੜੀਆਂ ਆਰੀਆਂ ਦੇ ਆਉਣ ਤੋਂ ਪਹਿਲਾਂ ਇੱਥੋਂ ਬੋਲੀਆਂ ਜਾ ਰਹੀਆਂ ਸਨ, ਯਾਨੀ ਗੈਰ ਆਰੀਆਈ ਜ਼ਬਾਨਾਂ ਸਨ। ਪ੍ਰਾਕ੍ਰਿਤਾਂ ਬਾਰੇ ਤਿੰਨ ਨਜ਼ਰੀਏ ਪ੍ਰਚਲਿਤ ਨੇ। ਪਹਿਲਾ ਨਜ਼ਰੀਆ ਇਹ ਹੈ ਕਿ ਪ੍ਰਾਕ੍ਰਿਤ ਸੰਸਕ੍ਰਿਤ ਤੋਂ ਫੱਟੀ ਫੁੱਟੀ ਏ। ਦੂਜਾ ਨਜ਼ਰੀਏ ਦੇ ਮੁਤਾਬਿਕ ਇਹਦਾ ਜਨਮ ਵੇਦੀ ਬੋਲੀ ਤੋਂ ਹੋਇਆ ਏ, ਜਦਕਿ ਤੀਜਾ ਨਜ਼ਰੀਆ ਇਹ ਹੈ ਕਿ ਪ੍ਰਾਕ੍ਰਿਤ ਦੇ ਯਾਨੀ ਮਿੱਡ ਕਦੀਮ ਦੀ ਬੋਲੀ ਨੇ। ਇਸ ਭਾਰੋਂ ਪ੍ਰਾਕ੍ਰਿਤਾਂ ਵੇਦੀ ਤੇ ਸੰਸਕ੍ਰਿਤਾਂ ਤੋਂ ਵੀ ਪਹਿਲਾਂ ਦੀਆਂ ਜ਼ਬਾਨਾਂ ਨੇ। ਪਹਿਲਾ ਨਜ਼ਰੀਏ ਉੱਕਾ ਨਾਕਾਬਲੇ ਕਬੂਲ ਏ। ਪਾਣਿਨੀ ਦੀ ਨੀਂਹਬੁੱਧ ਕੀਤੀ ਸੰਸਕ੍ਰਿਤ ਵਿੱਚ ਕੋਈ ਤਬਦੀਲੀ ਨਹੀਂ ਆ ਸਕਦੀ। ਜੇ ਸੰਸਕ੍ਰਿਤ ਵਿੱਚ ਕੋਈ ਤਬਦੀਲੀ ਨਹੀਂ ਆ ਸਕਦੀ ਤਾਂ ਸੰਸਕ੍ਰਿਤ ਤੋਂ ਪ੍ਰਾਕ੍ਰਿਤ ਕਿਵੇਂ ਬਣ ਗਈ? ਇਹ ਨਜ਼ਰੀਆ ਗਲਤ ਏ, ਕਿਉਂ ਜੇ ਸੰਸਕ੍ਰਿਤ ਤੋਂ ਪਹਿਲਾਂ ਪ੍ਰਾਕ੍ਰਿਤ ਮੌਜੂਦ ਸੀ, ਸਗੋਂ ਸੰਸਕ੍ਰਿਤ ਦੀ ਬੁਨਿਆਦ ਵੀ ਇੱਕ ਪ੍ਰਾਕ੍ਰਿਤੀ ਜ਼ੁਬਾਨ ਮਿਥਿਆ ਦੇਸ਼ ਯੂਪੀ ਉੱਤੇ ਰੱਖੀ ਗਈ ਸੀ। ਪ੍ਰਾਕ੍ਰਿਤ ਨੂੰ ਵੇਦੀ ਵਿੱਚੋਂ ਫੁੱਟਿਆ ਆਖਣਾ ਵੀ ਗਲਤ ਏ, ਕਿਉਂ ਜੇ ਇਹ ਸਾਂਝ ਉਦੋਂ ਵਜੂਦ ਵਿੱਚ ਆਈ ਸੀ ਜਦੋਂ ਵੇਦ ਤੇ ਵੇਦੀ ਬੋਲੀ ਨੇ ਮਜ਼ਹਬੀ ਰੂਪ ਅਖਤਿਆਰ ਕੀਤਾ ਤੇ ਲੋਕਾਂ ਨੇ ਅਦਬ ਇਹਤਰਾਮ ਭਾਰੋਂ ਵੇਦੀ ਲਫ਼ਜ਼ਾਲੀ ਨੂੰ ਆਪਣੀ ਜ਼ੁਬਾਨ ਦਾ ਹਿੱਸਾ ਬਣਾ ਲਿਆ। ਜਿਵੇਂ ਮੁਸਲਮਾਨਾਂ ਨੇ ਕਈ ਕੁਰਾਨੀ ਅਲਫਾਜ਼ ਨੂੰ ਆਪਣੀ ਰੋਜ਼ਮर्रा ਵਰਤੋਂ ਵਿੱਚ ਸ਼ਾਮਲ ਕਰ ਲਿਆ ਏ। ਤੀਜਾ ਨਜ਼ਰੀਆ ਮੰਨਣ ਵਾਲਾ ਏ, ਜਿਹਦੀ ਮੁਹੰਮਦ ਆਸਿਫ ਖਾਂ ਨੇ ਤਾਈਦ ਇਹਨਾਂ ਲਫ਼ਜ਼ਾਂ ਵਿੱਚ ਕੀਤੀ ਏ। ਜੇ ਇਹਦਾ ਪ੍ਰਾਕ੍ਰਿਤਾਂ ਸੰਸਕ੍ਰਿਤਾਂ ਵਿੱਚੋਂ ਹੀ ਨਿਕਲਣੀਆਂ ਸਨ ਤਾਂ ਸੰਸਕ੍ਰਿਤ ਵਾਂਗੂ ਇਹਨਾਂ ਦਾ ਕੋਈ ਇੱਕੋ ਹੀ ਨਾਂ ਕਿਉਂ ਨਹੀਂ?
ਇਹ ਪਾਲੀ ਸ਼ੋਰ ਸਿਨੀ ਮਹਾਰਾਸ਼ਟਰੀ ਮਾਗਧੀ ਉਰਦ ਮਾਗਧੀ ਪਿਸ਼ਾਚੀ ਚੋਲੀਚਾ ਪਿਸ਼ਾਚੀ बाहल्की शार्की चंडाली शाबरी अभीरकी शाकी अभरनश अगू अभरनश दियाँ 27 किस्मां वगैरह वगैरह विच क्यों वंडियां होईयां सन। ਇਹਦਾ ਸਿੱਧਾ ਸਾਦਾ ਜਵਾਬ ਇਹ ਆ ਕਿ ਆਰੀਆ ਦੇ ਆਉਣ ਤੋਂ ਪਹਿਲਾਂ ਇੱਥੇ ਲੋਕ ਮੌਜੂਦ ਸਨ ਜਿਹੜੇ ਸੰਸਕ੍ਰਿਤ ਤੇ ਵੇਦੀ ਤੋਂ ਅੱਡ ਕੋਈ ਹੋਰ ਜ਼ੁਬਾਨ ਬੋਲਦੇ ਸਨ। ਇਹੋ ਹੀ ਜ਼ੁਬਾਨਾਂ ਜਿਹੜੀਆਂ ਵੱਖੋ ਵੱਖ ਇਲਾਕਿਆਂ ਵਿੱਚ ਲੋਕ ਬੋਲਦੇ ਸਨ ਪ੍ਰਾਕ੍ਰਿਤਾਂ ਅਖਵਾਉਂਦੀਆਂ ਸਨ। ਇਹ ਸਬੂਤ ਇੰਝ ਵੀ ਦਿੱਤਾ ਜਾ ਸਕਦਾ ਹੈ ਕਿ ਸੰਸਕ੍ਰਿਤ ਤੇ ਵੇਦੀ ਨਾਲ ਪ੍ਰਾਕ੍ਰਿਤਾਂ ਦੀ ਨਹਿਵੀ ਤੇ ਸਰਫੀ ਸਾਂਝ ਬਿਲਕੁਲ ਨਹੀਂ ਏ ਤੇ ਸਿਰਫ ਲਫ਼ਜ਼ਾਲੀ ਦੀ ਸਾਂਝ ਨੂੰ ਸਾਹਮਣੇ ਰੱਖ ਕੇ ਇਹ ਨਹੀਂ ਆਖਿਆ ਜਾ ਸਕਦਾ ਕਿ ਪ੍ਰਾਕ੍ਰਿਤ ਸੰਸਕ੍ਰਿਤ ਜਾਂ ਵੇਦੀ ਦੀ ਕੁੱਖੋਂ ਪੈਦਾ ਹੋਈ ਏ। ਪ੍ਰਾਕ੍ਰਿਤਾਂ ਤੋਂ ਬਾਅਦ ਅਭਰਨਸ਼ ਦਾ ਪੜਾਅ ਆਉਂਦਾ ਏ। ਜਿਵੇਂ ਪ੍ਰਾਕ੍ਰਿਤਾਂ ਬਾਰੇ ਇਹ ਖਿਆਲ ਕੀਤਾ ਜਾਂਦਾ ਏ ਕਿ ਵੇਦੀ ਜਾਂ ਸੰਸਕ੍ਰਿਤ ਤੋਂ ਫੁੱਟੀ ਏ, ਇੰਝ ਹੀ ਅਭਰਨਸ਼ ਬਾਰੇ ਵੀ ਆਖਿਆ ਜਾਂਦਾ ਏ ਕਿ ਪ੍ਰਾਕ੍ਰਿਤ ਤੋਂ ਫੁੱਟੀ ਏ। ਸੰਸਕ੍ਰਿਤ ਤੇ ਪ੍ਰਾਕ੍ਰਿਤ ਇਸ ਤਰ੍ਹਾਂ ਅਭਰਨਸ਼ ਬਾਰੇ ਵੀ ਮੁਤਜ਼ਾਦ ਆਰਾ ਨੇ। ਕੋਈ ਇਹਨੂੰ ਹਿੰਦ ਆਰਾਈ ਮੰਨਦਾ ਏ ਤਾਂ ਕੋਈ ਅਭੀਰਾਂ ਇੱਕ ਕੌਮ ਦੀ ਜ਼ੁਬਾਨ ਆਖਦੇ ਆ। ਇੰਝ ਹੀ ਅਭਰਨਸ਼ ਤੋਂ ਮੁਰਾਦ ਅਵਾਮੀ ਬੋਲੀ ਵੀ ਲਿਆ ਜਾਂਦਾ ਏ। ਅਭਰਨਸ਼ ਦੇ ਮਾਇਨੇ ਵਿਗੜੀ ਹੋਈ ਬੋਲੀ ਨੇ ਪਰ ਕੀ ਪੂਰੀ ਦੀ ਪੂਰੀ ਬੋਲੀ ਹੀ ਵਿਗੜ ਗਈ ਏ ਤੇ ਅੱਜ ਕੱਲ੍ਹ ਦੀਆਂ ਸਾਰੀਆਂ ਬੋਲੀਆਂ ਹੀ ਵਿਗੜੀਆਂ ਹੋਈਆਂ ਨੇ। ਜੇ ਇਹ ਗੱਲ ਠੀਕ ਏ ਤਾਂ ਫਿਰ ਕੋਈ ਐਸੀ ਕੌਮ ਹੋਵੇਗੀ ਜਿਹਨੇ ਸਭ ਬੋਲੀਆਂ ਨੂੰ ਵਿਗਾੜ ਕੇ ਰੱਖ ਦਿੱਤਾ। ਅਭਰਨਸ਼ ਦੇ ਲਫ਼ਜ਼ੀ ਮਤਲਬ ਦੇ ਹਵਾਲੇ ਨਾਲ ਪਤੰਜਲੀ ਦੀ ਗੱਲ ਜ਼ਿਆਦਾ ਠੀਕ ਲੱਗਦੀ ਏ ਕਿ ਇੱਕੋ ਲਫ਼ਜ਼ ਦੇ ਕਈ ਵੱਟੇ ਹੋਏ ਰੂਪ ਅਭਰਨਸ਼ ਲੱਭਦੇ ਨੇ। ਜਿਵੇਂ ਸੰਸਕ੍ਰਿਤ ਲਫ਼ਜ਼ ਗੋ, ਗਾ, ਤੋ, ਗਾਵੀ, ਗੋਨੀ, ਗੋਤਾ, ਗੋ, ਪੋਤਾ, ਲਾਕਾ ਵਗੈਰਾ। ਇੱਥੇ ਉਹੋ ਹੀ ਪਹਿਲੇ ਵਾਲੀ ਗੱਲ ਏ ਕਿ ਜੇ ਪਾਣਿਨੀ ਨੇ ਸੰਸਕ੍ਰਿਤ ਨੂੰ ਪਾਬੰਦ ਕਰ ਦਿੱਤਾ ਸੀ ਤਾਂ ਉਹ ਪ੍ਰਾਕ੍ਰਿਤ ਤੇ ਪ੍ਰਾਕ੍ਰਿਤ ਤੋਂ ਅਭਰਨਸ਼ ਕਿਉਂ ਬਣ ਗਈ ਏ। ਸਾਡੇ ਸੌਜਵਾਨ ਅੱਜ ਜੱਗ ਦੀਆਂ ਸਾਰੀਆਂ ਬੋਲੀਆਂ ਮਸਲਨ ਪੰਜਾਬੀ, ਸਿੰਧੀ, ਗੁਜਰਾਤੀ ਵਗੈਰਾ ਨੂੰ ਅਭਰਨਸ਼ ਦੇ ਖਾਤੇ ਪਾਉਂਦੇ ਨੇ। ਹਾਲਾਂਕਿ ਇਹ ਬਿਲਕੁਲ ਗਲਤ ਗੱਲ ਏ। ਅਭਰਨਸ਼ ਮਗਰੋਂ ਅਜੋਕੀਆਂ ਬੋਲੀਆਂ ਦਾ ਪੜਾਅ ਆਉਂਦਾ ਏ। ਇਹਨਾਂ ਵਿੱਚ ਪੰਜਾਬੀ, ਸਿੰਧੀ, ਹਿੰਦੀ, ਮਰਾਠੀ ਤੇ ਬੰਗਾਲੀ ਸ਼ਾਮਲ ਨੇ। ਇੱਥੇ ਪੰਜਾਬੀ ਬਾਰੇ ਗੱਲ ਕੀਤੀ ਜਾਵੇਗੀ। ਇਸ ਹਵਾਲੇ ਨਾਲ ਕੋਲਬਰਗ, ਜਾਨ ਬੀਮਜ਼, ਈਸਟਡਲ, ਹੋਰਨਲ ਤੇ ਸਰ ਜਾਰਜ ਗਰੀਸਨ ਦੇ ਨਜ਼ਰੀਏ ਕਾਬਲੇ ਗੌਰ ਨੇ। ਸਾਡੇ ਸਕਾਲਰਾਂ ਵਿੱਚੋਂ ਜ਼ਿਆਦਾਤਰ ਨੇ ਗਰੀਸਨ ਦੀ ਥਿਊਰੀ ਉੱਤੇ ਆਪਣੀ ਤਹਿਕੀਕ ਦੀ ਬੁਨਿਆਦ ਰੱਖੀ ਏ। ਕਿਉਂ ਜੇ ਉਹ ਆਪ
इस इलाके दे वसी होने दे बावजूद अपने घर दा भेत नहीं जानदे ते बाहरला साहब सब कुछ जानदा है। ग्रीसन दे तहकीक कई हवाले नाल गलतियां दा शिकार है। उन्हें बरेसगीर विच बोलियां जाण वालियां 179 जुबानां ते 544 लहजियां दे लसानियाती पहलुआं बारे गल कीती है। एक बंदे लई इन्हां जुबानां दी जानकारी रखना नामुमकिन है। दूजी गल ਇਹ कि ਉਹ सिर्फ कश्मीरी जुबान दा जानू सी। पंजाबी बारे गल करना ਉਹਦੇ ਲਈ नामुमकिन सी। मजमून दे आखिरी हिस्से विच मुहम्मद आसिफ खान ने जुबान दे दो अहम पहलू सिर्फ ते नहव बारे बहस कीती है। सिर्फ विच लफ्ज़ां नाल बहस कीती जांदी है ते नहव विच ग्रामरी बनावट बारे बहस शामिल हुंदी है। ਇਹ ਦੋਵੇਂ रल के व्याकरण ग्रामर अखवांदे ने। लसानियत दे माहिरीन मुताबिक सिर्फ यानी लफजाली दी बुनियाद ते किसी जुबान नूं दूजी जुबान तो निकलिया नहीं आख्या जा सकदा, क्यों जे जुबानां एक दूसरी जुबान तो लोड़ मुताबिक लफज लैंदियां देंदियां रहिंदियां ने। सिर्फ उसे जुबान नूं दूजी जुबान तो निकलिया मन्निया जा सकदा है जिहड़ी नहवी बनतर इक्को ਜਿਹੀ होवे। इस असूल दी रोशनी विच पंजाबी दी नहवी बनतर किसी भी दूजी जुबान मसलन विधि संस्कृत प्राकृत या अभरनश नाल नहीं मिलदी। लिहाजा पंजाबी ਉਹ देसी जुबान है जिहड़ी मुढ़ कदीम तो इस इलाके विच बोली जांदी है। ਇਹਦੀ दूजियां जुबानां नाल लफजाली सांझ मुख्तलिफ कौमां दे आपसी मेल जोल भारों है। पंजाबी विच दूजियां जुबानां दे लफजां दी विंगी देखो। अरबी अल्लाह, हमद, शरीक, रिज़्क, खलक, हुक्म, सिफत, रज़ा, तालिब, मोहताज, मलूम, कीमत, क़यामत, लाइक, लफ्ज़, खास, मामला वगैरह। ते फारसी स्याह, गुमान, डर, दर्द, प्याला, बहाना, बेपरवाह, राह, रंग, गुनाह, चाकरी, बाजी वगैरह। अंग्रेजी स्कूल, स्टेशन, फार्म, सेंट्री, डॉक्टर, यूनिवर्सिटी, लाइटन, बोट, पिस्तौल, बोतल, टिकट, बल्ब, सिनेमा, फिल्म, पेंसिल, रेडियो वगैरह। इस लफजाली मुमासलत तो हरगिज़ ये नहीं आख्या जा सकदा कि पंजाबी जुबान अरबी, फारसी या अंग्रेजी तो निकली है। इसे तरह सरफी ते नाहव कायदियां दी पंजाबी ते चीनी जुबान विचकार भी सांझ लभदी है, पर यह हरगिज़ नहीं आख्या जा सकदा कि पंजाबी या चीनी इक्को ही जुबान है। मुकदी गल ਇਹ ਵਾ कि पंजाबी ना ते मुंडिया दरौड़ी टब्बर दी जुबान है ते ना ही अराई टब्बर नाल तल्लक रखदी है। ਇਹ उदों भी मौजूद सी जदों विधि बोलन ते संस्कृत लिखण वाले इत्थे आए। ਇਹ उदों भी मौजूद सी जदों शक, पहलवी ते यूनानी बोलन वाले इत्थे आए। ते ਇਹ उदों भी मौजूद सी जदों अरबी, फारसी, अंग्रेजी ते उर्दू बोलन वाले इत्थे आए। सब जुबानां नाल ਇਹਦਾ ਲੈਣ ਦੇਣ ਹੋਇਆ। सब जुबानां दा ਇਹੋ ਹੀ तरीका ਹੁੰਦਾ है। लफजाली ਦੀਆਂ ਕੁਝ ਸਾਂਝਾਂ ਭਾਰੋਂ ਇਸ ਨੂੰ ਕਿਸੇ ਲਸਾਨੀ ਟੱਬਰ ਨਾਲ ਜੋੜਨਾ ਬਿਲਕੁਲ ਗਲਤ ਤੇ ਬੇਬੁਨਿਆਦ ਗੱਲ ਹੈ। ਹੁਣ ਅਸੀਂ ਪੜ੍ਹਾਂਗੇ ਇਹਦਾ ਚੌਥਾ ਜਿਹੜਾ मजमून है, पंजाबी जुबान के अज़्ज़ाए तरकीबी। ठीक है, अभी थोड़ा रह गया, काफ़ी ये लंबा मजमून है। यह किताब विच शामिल आखिरी मजमून है जिहड़ी उर्दू जुबान विच है। ये रोज़नामा अमरूज़ विच 1959 नूं
ਛਪਿਆ ਸੀ। ਇਸ ਮਜ਼ਮੂਨ ਵਿੱਚ ਉਹਨਾਂ ਨੇ ਪੰਜਾਬੀ ਜ਼ੁਬਾਨ ਉੱਤੇ ਦੂਜੀਆਂ ਜ਼ੁਬਾਨਾਂ ਮਸਲਨ ਮੰਡਾਰੀ, ਦਰੋੜੀ, ਬਰੋਈ, ਪਾਲੀ, ਸੰਸਕ੍ਰਿਤ, ਪਸ਼ਤੂ ਤੇ ਹਿੰਦੀ ਵਗੈਰਾ ਦੇ ਅਸਰਾਤ ਦਾ ਜਾਇਜ਼ਾ ਲਿਆ ਏ ਤੇ ਉਹ ਅਲਫਾਜ਼ ਦੱਸੇ ਨੇ ਜੋ ਇਨ੍ਹਾਂ ਜ਼ੁਬਾਨਾਂ ਤੋਂ ਪੰਜਾਬੀ ਵਿੱਚ ਦਾਖਲ ਹੋਏ ਨੇ। ਉਹਨਾਂ ਨੇ ਮਸਾਲੀ ਲਈ ਮੰਡਾਰੀ, ਦਰੋੜੀ, ਸੰਸਕ੍ਰਿਤ, ਪਾਲੀ, ਬਰੋਈ, ਪਹਿਲਵੀ ਤੇ ਪਸ਼ਤੂ ਦੇ ਅਲਫਾਜ਼ ਵੀ ਦਿੱਤੇ ਨੇ ਜਿਹੜੇ ਪੰਜਾਬੀ ਵਿੱਚ ਅੱਜ ਵੀ ਮੁਸਤਮਲ ਨੇ। ਅਰਬੀ, ਫਾਰਸੀ ਤੇ ਅੰਗਰੇਜ਼ੀ ਮਸਾਲਾਂ ਉਹਨਾਂ ਨਹੀਂ ਦਿੱਤੀਆਂ ਕਿਉਂ ਜੇ ਇਹਨਾਂ ਜ਼ਬਾਨਾਂ ਦੇ ਲਫ਼ਜ਼ ਅਸੀਂ ਆਪਣੀ ਜ਼ੁਬਾਨ ਪੰਜਾਬੀ ਵਿੱਚੋਂ ਬਾਆਸਾਨੀ ਪਹਿਚਾਣ ਸਕਨੇ ਆਂ। ਕਿਤਾਬ ਦੀਆਂ ਫੰਨੀ ਖੂਬੀਆਂ। ਮੁਹੰਮਦ ਆਸਿਫ ਖਾਂ ਪੰਜਾਬੀ ਜ਼ੁਬਾਨ ਤੇ ਅਦਬ ਨਾਲ ਹੱਦੋਂ ਵੱਧ ਪਿਆਰ ਕਰਦੇ ਸਨ। ਉਹਨਾਂ ਆਪਣੀ ਸਾਰੀ ਹਯਾਤੀ ਜ਼ੁਬਾਨ ਅਦਬ ਦੀ ਸੇਵਾ ਵਿੱਚ ਗੁਜ਼ਾਰ ਦਿੱਤੀ ਤੇ ਪੰਜਾਬੀ ਜ਼ੁਬਾਨ ਉਹ ਅਦਬ ਵਿੱਚ ਸੁੱਚੇ ਢੰਗ ਨਾਲ ਹਕੀਕੀ ਕੰਮ ਕਰਕੇ ਇਹਨੂੰ ਇਹਦਾ ਮੁਕਾਮ, ਮਰਤਬਾ, ਤਖਸ਼ੀਸ ਤੇ ਪਹਿਚਾਣ ਦਵਾ ਗਏ। ਉਹਨਾਂ ਦੀ ਕਿਤਾਬ ਪੰਜਾਬੀ ਬੋਲੀ ਦਾ ਪਿਛੋਕੜ ਦੀਆਂ ਕੁਝ ਖੂਬੀਆਂ ਤੇ ਖਾਸੀਅਤਾਂ ਦਰਜਾ ਜ਼ੈਲ ਨੇ। ਕਿਤਾਬ ਰਾਹੀਂ ਇਹ ਸਾਬਤ ਕੀਤਾ ਗਿਆ ਏ ਕਿ ਪੰਜਾਬ ਵਿੱਚ ਬਾਹਰੋਂ ਆਈਆਂ ਹਮਲਾਆਵਰ ਕੌਮਾਂ ਦੀ ਆਮਦ ਤੋਂ ਪਹਿਲਾਂ ਇਸ ਧਰਤੀ ਦਾ ਤਹਿਜ਼ੀਬ ਤਮੱਦਨ ਆਪਣੇ ਅਰੂਜ ਉੱਤੇ ਸੀ। ਇਸ ਲਈ ਕੋਈ ਵੀ ਕੌਮ ਇੱਥੋਂ ਦੀ ਤਹਿਜ਼ੀਬ, ਸਕਾਫਤ, ਜ਼ੁਬਾਨ ਤੇ ਅਦਬ ਤੋਂ ਮੁਤਾਸਰ ਹੋਏ ਬਿਨਾਂ ਨਾ ਰਹਿ ਸਕੀ। ਦਰੋੜੀ, ਵਿਧੀ, ਸੰਸਕ੍ਰਿਤ, ਪਾਲੀ, ਪ੍ਰਾਕ੍ਰਿਤ ਤੇ ਅਪਭ੍ਰੰਸ਼ ਉਹ ਜ਼ੁਬਾਨਾਂ ਨੇ ਜਿਨ੍ਹਾਂ ਪੰਜਾਬੀ ਨੂੰ ਆਪਣੀ ਲਫ਼ਜ਼ਾਲੀ ਦਿੱਤੀ ਤੇ ਪੰਜਾਬੀ ਜ਼ੁਬਾਨ ਤੋਂ ਮੁਤਾਸਰ ਹੋਏ ਬਿਨਾਂ ਵੀ ਨਾ ਰਹਿ ਸਕੀਆਂ। ਪਰ ਸਿਰਫ ਲਫ਼ਜ਼ਾਲੀ ਸਾਂਝ ਭਾਰੋਂ ਪੰਜਾਬੀ ਨੂੰ ਇਹਨਾਂ ਜ਼ੁਬਾਨਾਂ ਵਿੱਚੋਂ ਨਿਕਲਿਆ ਨਹੀਂ ਆਖਿਆ ਜਾ ਸਕਦਾ ਕਿਉਂ ਜੇ ਸਿਰਫ ਨਹਿਵ ਦੇ ਹਵਾਲੇ ਨਾਲ ਸਾਰੀਆਂ ਜ਼ੁਬਾਨਾਂ ਪੰਜਾਬੀ ਤੋਂ ਉੱਕਾ ਵੱਖਰੀਆਂ ਨੇ। ਕਿਤਾਬ ਦੇ ਵਿੱਚ ਵਰਤੇ ਗਏ ਹਿੰਦੀ, ਸੰਸਕ੍ਰਿਤ, ਅੰਗਰੇਜ਼ੀ ਤੇ ਹੋਰ ਜ਼ੁਬਾਨਾਂ ਦੇ ਹਵਾਲੇ ਹਰ ਤਰ੍ਹਾਂ ਮੋਤਬਰ, ਮੁਸਤਨਦ ਤੇ ਵਾਜ਼ਿਹ ਨੇ ਜਿਨ੍ਹਾਂ ਭਾਰੋਂ ਮੁਹੰਮਦ ਆਸਿਫ ਖਾਂ ਦੀ ਤਹਿਕੀਕ ਨੂੰ ਸਨਦ ਦਾ ਦਰਜਾ ਮਿਲਦਾ ਏ। ਪੰਜਾਬੀ ਜ਼ੁਬਾਨ ਦੀ ਕਦਾਮਤ ਨੂੰ ਸਾਬਤ ਕਰਨ ਲਈ ਉਹਨਾਂ ਨੇ ਪੁਰਾਣੇ ਨਜ਼ਰੀਆਤ ਨੂੰ ਝੁਟਲਾ ਕੇ ਨੂੰ ਮੁੰਤਕੀ ਦਲਾਇਲ ਦਿੱਤੇ ਨੇ ਜਿਨ੍ਹਾਂ ਨੂੰ ਮੰਨਣ ਲਈ ਕੋਈ ਉਜ਼ਰ ਬਾਕੀ ਨਹੀਂ ਰਹਿੰਦਾ ਕਿਉਂ ਜੇ ਹਰ ਥਾਂ ਗੈਰ ਮੁਲਕੀ ਮਸਲਨ ਹਿੰਦੀ, ਸੰਸਕ੍ਰਿਤ, ਅੰਗਰੇਜ਼ੀ ਤੇ ਹੋਰ ਆਲਮਾਂ ਦੀ ਰਾਏ ਸਾਬਤ ਲਈ ਨਾਲ ਦਰਜਾ ਜ਼ੈਲ ਕੀਤੀ ਗਈ ਏ। ਉਹਨਾਂ ਆਪਣੇ ਤੋਂ ਪਹਿਲਾਂ ਹੋਈ ਖੋਜ ਮੁੱਖ ਰੱਖ ਕੇ ਤਕਾਬਲੀ ਤਹਿਕੀਕ ਦਾ ਢੰਗ ਅਖਤਿਆਰ ਕੀਤਾ ਏ। ਹੁਣ ਪੜ੍ਹਦੇ ਹਾਂ ਜੀ ਮੁੱਖ ਦੀ ਗੱਲ। ਮੁਹੰਮਦ ਆਸਿਫ ਖਾਂ ਪੰਜਾਬੀ ਜ਼ੁਬਾਨ ਤੇ ਅਦਬ ਨਾਲ ਹੱਦੋਂ ਵੱਧ ਪਿਆਰ ਕਰਦੇ ਸਨ। ਉਹ ਪੰਜਾਬੀ ਜ਼ੁਬਾਨੋ ਅਦਬ ਵਿੱਚ ਸੁੱਝੇ ਹੋਏ ਢੰਗ ਦਾ ਹਕੀਕੀ ਕੰਮ ਕਰਕੇ ਉਹਨਾਂ ਇਹਦਾ ਮੁਕਾਮ, ਮਰਤਬਾ, ਤਸ਼ਖੀਸ, ਪਹਿਚਾਣ ਦਵਾ ਗਏ। ਉਹਨਾਂ ਦੀ ਕਿਤਾਬ ਪੰਜਾਬੀ ਬੋਲੀ ਦਾ ਪਿਛੋਕੜ 4 ਲਿਸਾਨੀਆਤੀ ਤਹਿਕੀਕੀ ਮਜ਼ਮੂਨਾਂ ਦਾ ਮਜਮੂਆ। ਇਹਨਾਂ ਮਜ਼ਮੂਨਾਂ ਵਿੱਚ ਤਫਸੀਲੀ ਬਹਿਸ ਕਰਕੇ ਪੰਜਾਬੀ ਜ਼ੁਬਾਨ ਨੂੰ ਕਦੀਮ ਤੇ ਗੈਰ ਆਰੀ ਸਾਬਤ ਕੀਤਾ ਗਿਆ ਏ। ਕਿਤਾਬ ਦੇ ਤੀਜੇ ਮਜ਼ਮੂਨ ਪੰਜਾਬੀ ਬੋਲੀ ਦਾ ਪਿਛੋਕੜ ਵਿੱਚ ਦੱਸਿਆ ਗਿਆ ਏ ਕਿ ਪੰਜਾਬ ਵਿੱਚ ਬਾਹਰੋਂ ਆਈਆਂ ਹਮਲਾਆਵਰ ਕੌਮਾਂ ਦੇ ਆਉਣ ਤੋਂ ਪਹਿਲਾਂ ਇਸ ਧਰਤੀ ਦਾ ਤਹਿਜ਼ੀਬ ਤਮੱਦਨ ਆਪਣੇ ਅਰੂਜ ਉੱਤੇ ਸੀ।
ਐਸੇ ਲਈ ਬਾਹਰੋਂ ਆਉਣ ਵਾਲੀ ਕੋਈ ਵੀ ਕੌਮ ਇੱਥੋਂ ਦੀ ਤਹਿਜ਼ੀਬ, ਸਕਾਫਤ, ਜ਼ੁਬਾਨ ਤੇ ਅਦਬ ਤੋਂ ਮੁਤਾਸਰ ਹੋਏ ਬਿਨਾਂ ਨਾ ਰਹਿ ਸਕੀ। ਦਰੋੜੀ, ਵੇਦੀ, ਸੰਸਕ੍ਰਿਤ, ਪਾਲੀ, ਪ੍ਰਾਕ੍ਰਿਤ ਤੇ ਅਪਭ੍ਰੰਸ਼ ਉਹ ਜ਼ੁਬਾਨਾਂ ਨੇ ਜਿਨ੍ਹਾਂ ਭਾਵੇਂ ਪੰਜਾਬੀ ਨੂੰ ਆਪਣੀ ਲਫ਼ਜ਼ਾਵਲੀ ਦਿੱਤੀ, ਪਰ ਆਪ ਵੀ ਪੰਜਾਬੀ ਜ਼ੁਬਾਨ ਤੋਂ ਮੁਤਾਸਰ ਹੋਏ ਬਿਨਾਂ ਨਾ ਰਹਿ ਸਕੀਆਂ। ਪਰ ਇਲਮ ਲਸਾਨੀਅਤ ਮੁਤਾਬਿਕ ਸਿਰਫ ਲਫ਼ਜ਼ਾਵਲੀ ਸਾਂਝ ਪਾਰੋਂ ਪੰਜਾਬੀ ਨੂੰ ਇਹਨਾਂ ਜ਼ੁਬਾਨਾਂ ਵਿੱਚੋਂ ਨਿਕਲਿਆ ਨਹੀਂ ਆਖਿਆ ਜਾ ਸਕਦਾ, ਕਿਉਂ ਜੇ ਸਿਰਫ ਨਹਿਵ ਦੇ ਹਵਾਲੇ ਨਾਲ ਸਾਰੀਆਂ ਜ਼ੁਬਾਨਾਂ ਪੰਜਾਬੀ ਤੋਂ ਉੱਕਾ ਵੱਖਰੀਆਂ ਨੇ। ਪੰਜਾਬੀ ਜ਼ੁਬਾਨ ਦੀ ਕਦਾਮਤ ਨੂੰ ਸਾਬਤ ਕਰਨ ਲਈ ਉਹਨਾਂ ਨੇ ਪੁਰਾਣੇ ਨਜ਼ਰੀਆਤ ਝੁਟਲਾ ਕੇ ਨਵੀਆਂ ਮੁੰਤਕੀ ਦਲਾਇਲ ਦਿੱਤੇ ਨੇ, ਜਿਨ੍ਹਾਂ ਨੂੰ ਮੰਨਣ ਲਈ ਕੋਈ ਉਜ਼ਰ ਬਾਕੀ ਨਹੀਂ ਰਹਿੰਦਾ, ਕਿਉਂ ਜੇ ਸਾਰੀ ਕਿਤਾਬ ਵਿੱਚ ਹਰ ਥਾਂ ਗੈਰ ਮੁਲਕੀ, ਮਸਲਨ ਹਿੰਦੀ, ਸੰਸਕ੍ਰਿਤ, ਅੰਗਰੇਜ਼ੀ ਤੇ ਹੋਰ ਆਲਮਾ ਲਸਾਨੀਅਤ ਨਸਲੀਆਤ ਦੀਆਂ ਮਾਹਿਰ ਤੇ ਮੁਤਸ਼ਰਿਕੀਨ ਦੀ ਰਾਏ ਸਬੂਤ ਲਈ ਨਾਲ ਦਰਜਾ ਜ਼ੈਲ ਕੀਤੀ ਗਈ ਏ। ਉਹਨਾਂ ਆਪਣੇ ਤੋਂ ਪਹਿਲਾਂ ਹੋਈ ਖੋਜ ਮੁੱਖ ਰੁਖ ਕੇ ਤਕਾਬਲੀ ਤਹਿਕੀਕ ਦਾ ਢੰਗ ਅਖਤਿਆਰ ਕੀਤਾ ਏ, ਜਿਹੜਾ ਕਾਰੀ ਦੇ ਸਾਰੇ ਸ਼ਕੂਕ ਸ਼ੁਬਾਤ ਦੂਰ ਕਰ ਦਿੰਦਾ ਏ। ਉਹਨਾਂ ਦਾ ਅਸਲੂਬ ਸਦਾ ਸਾਦੇ ਤੇ ਜ਼ੁਬਾਨ ਬਿਆਨ ਮਨ ਖਿੱਚਵਾਂ ਸੀ। ਚਲੋ ਜੀ, ਹੋ ਗਿਆ ਪੂਰਾ। ਤੇ ਹੁਣ ਤੁਸੀਂ ਆਪਣੀ ਰਾਏ ਦਾ ਇਜ਼ਹਾਰ ਕਰਨਾ। ਮੈਂ ਪੂਰੀ ਕੋਸ਼ਿਸ਼ ਕੀਤੀ ਹੈ ਸਟੂਡੈਂਟ ਕਿ ਤੁਹਾਨੂੰ ਇੱਕ ਅੱਛੇ ਤਰੀਕੇ ਨਾਲ ਸਮਝਾਇਆ ਜਾ ਸਕੇ। ਤੁਸੀਂ ਇਸ ਤਰ੍ਹਾਂ ਪੜ੍ਹੋਗੇ ਤਾਂ ਤੁਹਾਨੂੰ ਬਹੁਤ ਜਲਦੀ ਪੰਜਾਬੀ ਜਿਹੜੀ ਹੈ ਨਾ ਪੜ੍ਹਨੀ ਆ ਜਾਏਗੀ ਇਨਸ਼ਾਅੱਲਾ। ਤੇ ਤੁਸੀਂ ਜ਼ਰੂਰ ਪੜ੍ਹਿਓ। ਤੇ ਕਿਉਂ ਅਗਰ ਜ਼ਿਆਦਾ ਨਾ ਸਹੀ ਨਾ, ਇੱਕ ਦੋ ਦਫਾ ਜ਼ਰੂਰ ਸਾਰੀ, ਮੈਂ 3 ਲੈਕਚਰ ਇਹਦੇ ਬਣਾਏ ਨੇ ਤੇ ਤਿੰਨੇ ਇੱਕ ਦਫਾ ਦੋ ਦਫਾ ਜ਼ਰੂਰ ਤੁਸੀਂ ਸੁਣਨੇ ਨੇ। ਬਾਕੀ ਉਹੀ ਤੁਸੀਂ ਕਰਨਾ ਹੈ ਜਿਹੜਾ ਜ਼ਿਆਦਾਤਰ ਪੁੱਛਿਆ ਜਾਂਦਾ, ਉਹ ਜ਼ਿਆਦਾਤਰ ਤੁਸੀਂ ਤਿਆਰ ਉਹੀ ਕਰਨਾ ਹੈ, ਠੀਕ ਹੈ। ਇਹ ਤਾਂ ਬਣਾਉਣ ਦਾ ਮਕਸਦ ਇਹ ਸੀ ਕਿ ਤੁਹਾਨੂੰ ਪੜ੍ਹਨੀ ਆ ਜਾਏ। ਤੇ ਅਗਰ ਮੇਰੀ ਕੋਸ਼ਿਸ਼ ਅੱਛੀ ਲੱਗੀ ਹੈ ਤੇ ਲਾਈਕ ਕਰਿਓ। ਅਗਰ ਹੋਰ ਵੀ ਵੀਡੀਓ ਚਾਹੀਦੀਆਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ। ਥੈਂਕ ਯੂ। ਬੈਸਟ ਆਫ ਲੱਕ।